ਬਾਬਾ ਫਰੀਦ ਸਾਹਿਬ ਜੀ ਤਿਨਾਂ ਦੇ ਇਤਿਹਾਸ ਦੇ ਨਾਲ ਆਪਾਂ ਜੁੜਨਾ ਕਰੀਏ। ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਜਨਮ ਕੋਤਵਾਲ ਦੀ ਧਰਤੀ ਉੱਤੇ 1173 ਈਸਵੀ ਨੂੰ ਮਾਤਾ ਮਰੀਅਮ ਜੀ ਦੀ ਕੁੱਖ ਤੋਂ ਹੁੰਦਾ ਹੈ। ਤੇ ਮਾਤਾ ਮਰੀਅਮ ਸ਼ੁਰੂ ਤੋਂ ਬੜੇ ਹੀ ਧਾਰਮਿਕ ਸੁਭਾਅ ਦੇ ਧਾਰਨੀ ਸਨ। ਸਾਧ ਸੰਗਤ ਦੀ ਮਾਤਾ ਮਰੀਅਮ ਨੇ ਬਚਪਨ ਤੋਂ ਹੀ ਆਪਣੇ ਪੁੱਤਰ ਫਰੀਦ ਨੂੰ ਅੱਲਾ ਦੇ ਨਾਮ ਦੇ ਨਾਲ ਜੋੜਿਆ। ਕਹਿਣਾ, ਫਰੀਦ ਤੂੰ ਅੱਲਾ ਦੀ ਬੰਦਗੀ ਕਰਿਆ ਕਰ, ਤੂੰ ਨਮਾਜ਼ ਪੜ੍ਹਿਆ ਕਰ, ਜਿਸ ਕਰਕੇ ਅੱਲਾ ਤੇਰੇ ਉੱਤੇ ਪ੍ਰਸੰਨ ਹੋਵੇਗਾ। ਫਰੀਦ ਜੀ ਨੇ ਕਹਿਣਾ, ਮਾਤਾ ਜੇ ਮੈਂ ਨਮਾਜ਼ ਪੜ੍ਹਾਂਗਾ ਮੈਨੂੰ ਕੀ ਪ੍ਰਾਪਤੀ ਹੋਵੇਗੀ, ਕੀ ਮਿਲੇਗਾ? ਤੇ ਮਾਤਾ ਨੇ ਕਹਿਣਾ, ਜੇ ਪੁੱਤਰ ਤੂੰ ਨਮਾਜ਼ ਪੜ੍ਹੇਗਾ ਨਾ ਤੇ ਜਿਵੇਂ ਆਪਾਂ ਛੋਟੇ ਬੱਚਿਆਂ ਨੂੰ ਸਾਧ ਸੰਗਤ ਦੀ ਕੋਈ ਲਾਲਚ ਦੇ ਦਿੰਦੇ ਆ, ਮਾਤਾ ਨੇ ਕਹਿਣਾ ਜੇ ਨਮਾਜ਼ ਪੜ੍ਹੇਗਾ ਤੇ ਖੁਦਾ ਤੈਨੂੰ ਸ਼ੱਕਰ ਦੇਵੇਗਾ। ਬਚਪਨ ਦੇ ਵਿੱਚ ਸਾਧ ਸੰਗਤ ਜੀ ਇਸ ਤਰ੍ਹਾਂ ਪ੍ਰੇਰ ਕਰਕੇ ਮਾਤਾ ਜੀ ਨੇ ਭਗਤੀ ਦੇ ਵਿੱਚ ਲਾਇਆ। ਕੀ ਕਰਨਾ, ਜਿਸ ਮਸੱਲੇ ਦੇ ਉੱਤੇ ਬੈਠ ਕੇ ਬਾਬਾ ਫਰੀਦ ਸਾਹਿਬ ਬਾਣੀ ਪੜ੍ਹਿਆ ਕਰਦੇ, ਭਗਤੀ ਕਰਿਆ ਕਰਦੇ, ਉਸ ਮਸੱਲੇ ਹੇਠ ਪਹਿਲਾਂ ਹੀ ਆਪ ਹੀ ਸ਼ੱਕਰ ਰੱਖਦੇ ਨੇ। ਬਾਬਾ ਫਰੀਦ ਜੀ ਨੇ ਜਦੋਂ ਨਮਾਜ਼ ਪੜ੍ਹ ਕੇ ਉੱਠਣਾ, ਮਸੱਲਾ ਚੱਕਣਾ ਤੇ ਥੱਲਿਓਂ ਸ਼ੱਕਰ ਪ੍ਰਾਪਤ ਹੋਣੀ, ਬੜੇ ਖੁਸ਼ ਹੋਣਾ। ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਦਿਨ ਕੀ ਹੋਇਆ, ਕਿਤੇ ਮਾਤਾ ਸ਼ੱਕਰ ਰੱਖਣੀ ਭੁੱਲ ਗਈ। ਬਾਬਾ ਫਰੀਦ ਜੀ ਭਗਤੀ ਦੇ ਵਿੱਚ ਬੈਠੇ ਹੈ। ਇੱਧਰ ਮਾਤਾ ਨੂੰ ਜਦੋਂ ਚੇਤਾ ਆਇਆ, ਮਾਤਾ ਨੇ ਸੋਚਿਆ ਕਿ ਅੱਜ ਤੇ ਮੈਂ ਸ਼ੱਕਰ ਰੱਖੀ ਹੀ ਨਹੀਂ। ਉਸ ਸਮੇਂ ਫਿਰ ਖੁਦਾ ਦੇ ਅੱਗੇ ਬੇਨਤੀ ਕੀਤੀ ਕਿ ਐ ਖੁਦਾ, ਹੁਣ ਇਹ ਤੇਰਾ ਭਗਤ ਹੈ ਫਰੀਦ, ਹੁਣ ਤੂੰ ਕਿਰਪਾ ਕਰ ਮੇਰੀ ਲਾਜ ਰੱਖ ਲਈ। ਅੱਗੇ ਤੇ ਮੈਂ ਸ਼ੱਕਰ ਰੱਖ ਦਿੰਦੀ ਸਾਂ, ਕਿਰਪਾ ਕਰੀ ਇਸ ਫਰੀਦ ਦਾ ਤੇਰੇ ਉੱਤੋਂ ਭਰੋਸਾ ਨਾ ਕਿਧਰੇ ਟੁੱਟ ਜਾਵੇ। ਸਾਧ ਸੰਗਤ ਜੀ, ਉਸ ਦਿਨ ਅਕਾਲ ਪੁਰਖ ਨੇ ਫਰੀਦ ਜੀ ਦੇ ਮਸੱਲੇ ਦੇ ਹੇਠ ਆਪ ਸਾਧ ਸੰਗਤ ਜੀ ਸ਼ੱਕਰ ਰੱਖੀ। ਬਾਬਾ ਫਰੀਦ ਸਾਹਿਬ ਜੀਆਂ ਨੇ ਸ਼ੱਕਰ ਖਾਧੀ, ਬੜੇ ਪ੍ਰਸੰਨ ਹੋਏ ਹੈ। ਤੇ ਬਾਬਾ ਫਰੀਦ ਸਾਹਿਬ ਸਾਧ ਸੰਗਤ ਜੀ ਛੋਟੀ ਉਮਰ ਦੇ ਵਿੱਚ ਹੀ ਸਮੁੱਚਾ ਕੁਰਾਨ ਉਹਨਾਂ ਨੂੰ ਜ਼ੁਬਾਨੀ ਕੰਠ ਹੋ ਗਿਆ ਸੀ। ਬੜੀ ਛੋਟੀ ਅਵਸਥਾ ਦੇ ਵਿੱਚ ਕੁਰਾਨ ਦੇ ਉਹ ਪਾਠੀ ਬਣ ਗਏ ਸਨ। ਉਹਨਾਂ ਨੂੰ ਹਾਫਿਜ਼ ਕਿਹਾ ਜਾਂਦਾ ਹੈ। ਜਿਹੜੇ ਕੁਰਾਨ ਨੂੰ ਪੜ੍ਹ ਲੈਂਦੇ ਹੈ ਨਾ, ਉਹਨਾਂ ਨੂੰ ਹਾਫਿਜ਼ ਕਿਹਾ ਜਾਂਦਾ। ਜਿਵੇਂ ਆਪਣੇ ਗੁਰਬਾਣੀ ਦੇ ਪਾਠ ਕਰਨ ਵਾਲਿਆਂ ਨੂੰ ਆਪਾਂ ਪਾਠੀ ਸਿੰਘ ਕਹਿ ਦਿੰਦੇ ਹਾਂ, ਉਵੇਂ ਸਾਧ ਸੰਗਤ ਦੀ ਮੁਸਲਮਾਨ ਮੱਤ ਦੇ ਵਿੱਚ ਜਿਹੜੇ ਕੁਰਾਨ ਦਾ ਪਾਠ ਕਰ ਲੈਂਦੇ ਉਹਨਾਂ ਨੂੰ ਹਾਫਿਜ਼ ਕਹਿ ਦਿੰਦੇ ਆ। ਸੋ ਬਾਬਾ ਫਰੀਦ ਸਾਹਿਬ ਬਚਪਨ ਦੇ ਵਿੱਚ ਹੀ ਹਾਫਿਜ਼ ਬਣ ਗਏ ਸਨ। ਇੱਕ ਦਿਨ ਕੀ ਹੋਇਆ, ਇਹਨਾਂ ਦੇ ਨਗਰ ਦੇ ਵਿੱਚ ਇੱਕ ਪੁੱਜੇ ਹੋਏ ਸਾਧੂ ਆਏ। ਪੁੱਛਣ ਲੱਗੇ, ਕਹਿੰਦੇ ਇੱਥੇ ਕੋਈ ਰੱਬ ਦਾ ਪਿਆਰਾ ਰਹਿੰਦਾ ਹੈ, ਕੋਈ ਖੁਦਾ ਦਾ ਪਿਆਰਾ ਰਹਿੰਦਾ ਹੈ? ਤੇ ਪਿੰਡ ਵਾਲਿਆਂ ਆਖਿਆ ਜੀ ਇਹ ਛੋਟਾ ਜਿਹੜਾ ਬੱਚਾ ਫਰੀਦ ਹੈ ਨਾ, ਇਹ ਬੜਾ ਰੱਬ ਦਾ ਪਿਆਰਾ ਹੈ, ਬੜੀ ਰੱਬ ਦੀ ਬੰਦਗੀ ਕਰਦਾ ਹੈ। ਸਾਧ ਸੰਗਤ ਜੀ, ਉਸ ਸਮੇਂ ਕੀ ਕੀਤਾ, ਮੌਲਾਨਾ ਰੂਮ ਨੇ ਉਹਨਾਂ ਕੋਲ ਇੱਕ ਅਨਾਰ ਸੀ। ਫਰੀਦ ਜੀ ਨੂੰ ਅਨਾਰ ਦੇ ਕੇ ਕਹਿਣ ਲੱਗੇ ਕਿ ਬੇਟਾ ਇਸ ਅਨਾਰ ਦੇ ਦਾਣਿਆਂ ਨੂੰ ਸਾਰਿਆਂ ਵਿੱਚ ਤਕਸੀਮ ਕਰ ਦਿਓ, ਵੰਡ ਦਿਓ। ਬਾਬਾ ਫਰੀਦ ਸਾਹਿਬ ਨੇ ਉਹ ਅਨਾਰ ਲੈ ਲਿਆ, ਸਾਰਿਆਂ ਦੇ ਤਾਈਂ ਕਿਸੇ ਨੂੰ ਇੱਕ, ਕਿਸੇ ਨੂੰ 2 ਦਾਣੇ ਵੰਡ ਰਹੇ ਆ। ਵੰਡਦਿਆਂ ਹੋਇਆਂ ਇੱਕ ਦਾਣਾ ਧਰਤੀ ਦੇ ਉੱਤੇ ਡਿੱਗ ਪਿਆ। ਜਦੋਂ ਸਾਰਾ ਅਨਾਰ ਵੰਡ ਦਿੱਤਾ ਨਾ, ਉਸ ਤੋਂ ਬਾਅਦ ਫਿਰ ਉਹ ਜਿਹੜਾ ਧਰਤੀ ਦੇ ਉੱਤੇ ਡਿੱਗਿਆ ਹੋਇਆ ਦਾਣਾ ਸੀ, ਉਹ ਸਾਧ ਸੰਗਤ ਜੀ ਝਾੜ ਕੇ ਬਾਬਾ ਫਰੀਦ ਸਾਹਿਬ ਨੇ ਮੁੱਖ ਦੇ ਵਿੱਚ ਪਾਇਆ। ਵੇਖੋ, ਗੁਰਬਾਣੀ ਆਪਾਂ ਪੜ੍ਹਦੇ ਹਾਂ, ਬੰਦਗੀ ਆਪਾਂ ਕਰਦੇ ਹਾਂ। ਸਾਧ ਸੰਗਤ ਦੀ ਬੰਦਗੀ ਕਰਨੀ, ਗੁਰਬਾਣੀ ਪੜ੍ਹਨੀ, ਇਹ ਸਾਡਾ ਫਰਜ਼ ਹੈ। ਉਹਦੇ ਵਿੱਚ ਰਸ ਪੈਦਾ ਕਰਨਾ, ਇਹ ਸਤਿਗੁਰੂ ਜੀ ਦੀ ਕਿਰਪਾ ਹੈ। ਮਾਤਾ ਨੇ ਇਹ ਬੂਟਾ ਲਾਇਆ, ਮਾਤਾ ਨੇ ਇਹ ਸਾਧ ਸੰਗਤ ਦੀ ਉਦਮ ਕੀਤਾ, ਆਪ ਦੇ ਬੱਚੇ ਫਰੀਦ ਨੂੰ ਬੰਦਗੀ ਦੇ ਵਿੱਚ ਲਾਇਆ।
ਹੁਣ ਬਾਬਾ ਫਰੀਦ ਬੰਦਗੀ ਤੇ ਰੋਜ਼ ਕਰਦੇ ਆ, ਨਮਾਜ਼ ਸਦਾ ਹੀ ਉਹ ਪੜ੍ਹਦੇ ਆ। ਇੱਥੋਂ ਤੱਕ ਜ਼ਿਕਰ ਆਉਂਦਾ ਜਿਸ ਸਮੇਂ ਬਾਬਾ ਫਰੀਦ ਸਾਹਿਬ ਅਕਾਲ ਚਲਾਣਾ ਕਰਨ ਲੱਗੇ ਹੈ, ਉਸ ਦਿਨ ਵੀ ਸਾਧ ਸੰਗਤ ਜੀ ਨਮਾਜ਼ ਅਦਾ ਕਰਨ ਤੋਂ ਬਾਅਦ ਅਕਾਲ ਚਲਾਣਾ ਕੀਤਾ ਹੈ। ਖਿਮਾ ਕਰਿਓ, ਸਾਡੇ ਤੋਂ 5 ਬਾਣੀਆਂ ਖਾਲਸਾ ਜੀ ਨੇ ਸਾਰੇ ਦਿਨ ਦੇ ਵਿੱਚ ਨਹੀਂ ਪੜ੍ਹੀਆਂ ਜਾਂਦੀਆਂ, ਤੇ ਬਾਬਾ ਫਰੀਦ ਸਾਹਿਬ ਬਚਪਨ ਤੋਂ ਲੈ ਕਰਕੇ ਸਮੁੱਚੀ ਉਮਰ ਸਾਧ ਸੰਗਤ ਜੀ 5 ਨਮਾਜ਼ਾਂ ਦੇ ਪੱਕੇ ਸਾਧ ਸੰਗਤ ਜੀ ਰਹੇ। ਰਹੋ ਵਿਚਾਰ, ਹੁਣ ਜਿਵੇਂ ਜ਼ਮੀਂਦਾਰ ਫਸਲ ਸਾਧ ਸੰਗਤ ਜੀ ਬੀਜਦਾ ਹੈ, ਜ਼ਮੀਂਦਾਰ ਦਾ ਕਰਮ ਕੀ ਹੈ? ਉਹਨੇ ਬੀਜ ਬੀਜਣਾ ਹੈ, ਉਹਦੀ ਰੱਖਿਆ ਕਰਨੀ, ਉਹਨੂੰ ਪਾਣੀ ਲਾਉਣਾ, ਉਹਨੂੰ ਸਵਾਰਨਾ ਹੈ। ਉਸ ਫਸਲ ਦੇ ਵਿੱਚ ਜਾਂ ਰੁੱਖ ਆਪਾਂ ਲਾਉਂਦੇ ਆ, ਉਹ ਜਿਹੜੇ ਫਲ ਪੈਦਾ ਹੁੰਦੇ ਹੈ, ਫਲ ਤੇ ਆ ਜਾਂਦੇ ਹੈ, ਪਰ ਉਹਨਾਂ 'ਚ ਰਸ ਭਰਨਾ ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਹੈ। ਬੰਦਾ ਤੇ ਨਹੀਂ ਨਾ ਰਸ ਭਰ ਸਕਦਾ। ਜੇ ਕੋਈ ਬੰਦਾ ਕਵੇ ਮੈਂ ਫਲਾਂ ਦੇ ਵਿੱਚ ਜਾਂ ਫਸਲ ਦੇ ਵਿੱਚ ਆਪਦੇ ਵੱਲੋਂ ਰਸ ਭਰਦਿਆਂ, ਨਹੀਂ ਭਰਿਆ ਜਾ ਸਕਦਾ। ਇਸੇ ਤਰ੍ਹਾਂ ਬੰਦਗੀ ਦੇ ਵਿੱਚ ਜਿਹੜਾ ਰਸ ਹੈ ਨਾ, ਇਹ ਗੁਰੂ ਸਾਹਿਬ ਤਰੁੱਠਣ ਫੇਰ ਹੀ ਸਾਧ ਸੰਗਤ ਜੀ ਰਸ ਦੀ ਪ੍ਰਾਪਤੀ ਹੁੰਦੀ ਹੈ। ਸੋ ਮੌਲਾਨਾ ਰੂਮ ਨੇ ਉਹ ਅਨਾਰ ਦਿੱਤਾ, ਬੰਦਗੀ ਵਾਲੇ ਸਨ। ਬਾਬਾ ਫਰੀਦ ਨੇ ਸਾਰਿਆਂ ਦੇ ਤਾਈਂ ਅਨਾਰ ਵੰਡਿਆ। ਇੱਕ ਦਾਣਾ ਜਿਹੜਾ ਧਰਤੀ ਦੇ ਉੱਤੇ ਡਿੱਗਿਆ ਸੀ ਨਾ, ਉਹ ਦਾਣਾ ਜਦੋਂ ਝਾੜ ਕੇ ਮੂੰਹ ਦੇ ਵਿੱਚ ਪਾਇਆ ਤੇ ਸਾਧ ਸੰਗਤ ਜੀ ਬੜਾ ਆਨੰਦ ਆਇਆ, ਬੜਾ ਬਾਬਾ ਫਰੀਦ ਸਾਹਿਬ ਨੂੰ ਰਸ ਮਹਿਸੂਸ ਹੋਇਆ। ਤੇ ਉਸ ਸਮੇਂ ਉਹਨਾਂ ਸਾਧੂਆਂ ਨੇ, ਮਹਾਂਪੁਰਖਾਂ ਨੇ ਵਚਨ ਕੀਤੇ, ਫਰੀਦ ਜੇ ਇਸ ਰਸ ਨੂੰ ਸਦਾ ਹੀ ਚੱਖਣਾ ਹੈ ਨਾ, ਤੇ ਫਿਰ ਸਦਾ ਹੀ ਉਸ ਅੱਲਾ ਦੀ, ਖੁਦਾ ਦੀ ਬੰਦਗੀ ਦੇ ਵਿੱਚ ਲੱਗਾ ਰਹੋ। ਬਾਬਾ ਫਰੀਦ ਸਾਹਿਬ ਸਾਧ ਸੰਗਤ ਜੀ ਜ਼ਿਕਰ ਆਉਂਦਾ 12 ਸਾਲ ਘੋਰ ਤਪੱਸਿਆ ਬਾਬਾ ਫਰੀਦ ਸਾਹਿਬ ਨੇ ਕੀਤੀ। ਜੰਗਲ ਦੇ ਵਿੱਚ ਰਹਿ ਕਰਕੇ ਫਲ ਅਤੇ ਫੁੱਲ ਅਤੇ ਪੱਤਿਆਂ ਨੂੰ ਖਾ ਕਰਕੇ ਗੁਜ਼ਾਰਾ ਕੀਤਾ। 12 ਸਾਲ ਬਾਅਦ ਜਦੋਂ ਘਰੇ ਆਏ ਨਾ, ਮਾਤਾ ਮਰੀਅਮ ਜੀ ਉਹ ਵੀ ਸਾਧ ਸੰਗਤ ਜੀ ਪੁੱਜੇ ਹੋਏ ਸਨ। ਜਦੋਂ ਘਰੇ ਆਏ ਤੇ ਮਾਤਾ ਨੇ ਕੀ ਕੀਤਾ ਨਾ, ਬਹਾਨੇ ਦੇ ਨਾਲ ਕੇਸ ਪਕੜ ਲਏ ਤੇ ਕੇਸਾਂ ਨੂੰ ਵਾਹੁਣ ਲੱਗ ਪਏ। ਵਾਹੁੰਦਿਆਂ ਪੁੱਛ ਰਹੇ ਹੈ ਕਿ ਫਰੀਦ 12 ਸਾਲ ਤਪੱਸਿਆ ਕੀਤੀ ਹੈ, ਕੀ ਖਾਂਦਾ ਰਿਹਾ, ਕਿਵੇਂ ਗੁਜ਼ਾਰਾ ਕੀਤਾ? ਬਾਬਾ ਫਰੀਦ ਸਾਹਿਬ ਕਹਿੰਦੇ, ਮਾਤਾ ਮੈਂ 12 ਸਾਲ ਤਪੱਸਿਆ ਕਰਦਿਆਂ ਨਾ ਜਿਹੜੇ ਫਲ ਨੇ, ਫੁੱਲ ਨੇ ਜਾਂ ਪੱਤੇ ਨੇ, ਇਹ ਖਾ ਕੇ ਗੁਜ਼ਾਰਾ ਕੀਤਾ। ਤੇ ਉਸ ਸਮੇਂ ਥੋੜ੍ਹਾ ਜਿਹਾ ਮਨ ਦੇ ਵਿੱਚ ਹੰਕਾਰ ਸੀ ਬਾਬਾ ਫਰੀਦ ਸਾਹਿਬ ਦੇ ਕਿ ਮੈਂ ਬੜੀ ਤਪੱਸਿਆ ਕੀਤੀ ਹੈ। ਖਾਲਸਾ ਦੀ ਮਾਤਾ ਮਰੀਅਮ ਨੇ ਕੀ ਕੀਤਾ, ਜਦੋਂ ਕੇਸਾਂ ਨੂੰ ਖੋਲ੍ਹਣ ਲੱਗੇ ਨਾ, ਤੇ ਉਸ ਸਮੇਂ ਕੇਸ ਮੜੇ ਜੇ ਖਿੱਚ ਦਿੱਤੇ। ਜਦੋਂ ਖਿੱਚੇ ਤੇ ਦਰਦ ਹੋਈ, ਬਾਬਾ ਫਰੀਦ ਸਾਹਿਬ ਨੇ ਕਿਹਾ ਮਾਤਾ ਪ੍ਰੇਮ ਦੇ ਨਾਲ। ਮਾਤਾ ਕਹਿਣ ਲੱਗੀ ਪੁੱਤ ਕੀ ਹੋਇਆ? ਕਹਿਣ ਲੱਗੇ ਮਾਂ ਦਰਦ ਹੁੰਦੀ ਹੈ। ਤੇ ਕਹਿੰਦੇ ਫਿਰ ਜਿਹੜੇ ਰੁੱਖਾਂ ਤੋਂ ਤੂੰ ਪੱਤੇ ਲਾਹੁਣਾ ਹੈ, ਉਹਨਾਂ ਦੇ ਫਲ ਲਾਹੁਣਾ ਹੈ, ਉਹਨਾਂ ਦੇ ਫੁੱਲ ਲਾਹੁਣਾ ਹੈ, ਕਿ ਉਹਨਾਂ ਨੂੰ ਦਰਦ ਨਹੀਂ ਹੁੰਦਾ? ਖਾਲਸਾ ਜੀ ਮਨ ਦੇ ਵਿੱਚ ਫਿਰ ਵੈਰਾਗ ਆਇਆ। 12 ਸਾਲ ਫਿਰ ਤਪੱਸਿਆ ਕੀਤੀ। ਫਿਰ ਉਸ ਸਮੇਂ ਦੌਰਾਨ ਆਪ ਤੋੜ ਕੇ ਕੋਈ ਚੀਜ਼ ਨਹੀਂ ਖਾਧੀ, ਜਿਹੜੇ ਪੱਕ ਕੇ ਥੱਲੇ ਫਲ ਫੁੱਲ ਜਾਂ ਪੱਤੇ ਡਿੱਗ ਜਾਂਦੇ ਸਨ ਉਹਨਾਂ ਨੂੰ ਛਕਦੇ ਰਹੇ। ਫਿਰ ਸਾਧ ਸੰਗਤ ਜੀ ਕੀ ਕੀਤਾ, ਇੱਥੋਂ ਤੱਕ ਇਹਦਾ ਵੀ ਤਿਆਗ ਕਰ ਦਿੱਤਾ। ਬਚਨ ਪੜ੍ਹਦੇ ਆ ਨਾ, ਫਰੀਦਾ ਰੋਟੀ ਮੇਰੀ ਕਾਠ ਕੀ, ਕਾਠ ਦੀ ਰੋਟੀ ਬਣਾ ਕੇ, ਲੱਕੜ ਦੀ ਰੋਟੀ ਬਣਾ ਕਰਕੇ ਗਲ 'ਚ ਪਾ ਲਈ ਕਿ ਜੇ ਕਿਤੇ ਰੋਟੀ ਦਾ ਜਾਂ ਖਾਣ ਦਾ ਕੋਈ ਖਿਆਲ ਆਵੇ, ਇਸ ਲੱਕੜ ਦੀ ਰੋਟੀ ਦੇ ਨਾਲ ਹੀ ਗੁਜ਼ਾਰਾ ਕਰਨਾ ਹੈ। ਸਾਧ ਸੰਗਤ ਜੀ ਇਹਦੀ ਕਠਿਨ ਤਪੱਸਿਆ ਕੀਤੀ। 12 ਸਾਲ ਹੋਰ ਫੇਰ ਖੂਹ ਦੇ ਵਿੱਚ ਪੁੱਠਿਆਂ ਲਟਕ ਕਰਕੇ ਬਾਬਾ ਫਰੀਦ ਸਾਹਿਬ ਜੀਆਂ ਨੇ ਬੰਦਗੀ ਕੀਤੀ। ਜਿਉਂ ਇਉਂ ਸਮਾਂ ਜਦੋਂ ਬਤੀਤ ਕੀਤਾ ਨਾ, 36 ਸਾਲ ਸਾਧ ਸੰਗਤ ਜੀ ਐਡੀ ਮਹਾਨ ਤਪੱਸਿਆ ਬਾਬਾ ਫਰੀਦ ਸਾਹਿਬ ਜੀਆਂ ਨੇ ਕੀਤੀ। ਉਸ ਤੋਂ ਬਾਅਦ ਖਵਾਜਾ ਬਖਤਿਆਰ ਕਾਕੀ ਜਿਨ੍ਹਾਂ ਦਾ ਨਾਮ ਸੀ, ਉਹਨਾਂ ਮਹਾਂਪੁਰਖਾਂ ਨੂੰ ਬਾਬਾ ਫਰੀਦ ਸਾਹਿਬ ਜੀਆਂ ਨੇ ਗੁਰੂ ਧਾਰਿਆ ਹੈ। ਸਾਧ ਸੰਗਤ ਜੀ ਉਹਨਾਂ ਨੇ ਫਿਰ ਬਾਬਾ ਫਰੀਦ ਸਾਹਿਬ ਜੀਆਂ ਦੇ ਉੱਤੇ ਐਸੀ ਬਖਸ਼ਿਸ਼ ਕੀਤੀ ਕਿ ਬਾਬਾ ਫਰੀਦ ਸਾਹਿਬ ਜੀਆਂ ਦਾ ਫਿਰ ਉਸ ਸਮੇਂ ਤੋਂ ਨਾਮ ਪਿਆ ਬਾਬਾ ਫਰੀਦ, ਸ਼ੇਖ ਫਰੀਦ ਮਕਸੂਦ ਸ਼ਕਰਗੰਜ। ਕਿਉਂਕਿ ਆਪਾਂ ਤੇ ਇਕੱਲਾ ਬਾਬਾ ਫਰੀਦ ਨਾਮ ਲੈਂਦੇ ਆ ਨਾ, ਉੱਦਾਂ ਸਾਧ ਸੰਗਤ ਜੀ ਜਿਹੜਾ ਬਾਬਾ ਫਰੀਦ ਸਾਹਿਬ ਜੀਆਂ ਦਾ ਨਾਮ ਆਉਂਦਾ ਹੈ ਨਾ, ਹਜ਼ਰਤ ਸ਼ੇਖ ਫਰੀਦੁਦੀਨ
ਮਸੂਦ ਸ਼ਕਰਗੰਜ। ਜਿਹੜਾ ਸ਼ਕਰਗੰਜ ਲਫ਼ਜ਼ ਹੈ ਇਹ ਬਾਬਾ ਫਰੀਦ ਸਾਹਿਬ ਦੇ ਨਾਲ ਕਿਵੇਂ ਲੱਗਿਆ? ਇੱਕ ਤੇ ਆਪਾਂ ਇਹ ਪੜ੍ਹਦੇ ਹਾਂ ਨਾ ਕਿ ਮਾਤਾ ਨੇ ਸ਼ੱਕਰ ਰੱਖਣੀ ਸ਼ੁਰੂ ਕੀਤੀ ਤੇ ਇੱਕ ਦਿਨ ਜਦੋਂ ਫਿਰ ਅੱਲਾ ਨੇ ਆਪ ਸ਼ੱਕਰ ਦਿੱਤੀ ਤੇ ਜਿਸ ਦਿਨ ਬੰਦਗੀ ਦੇ ਵਿੱਚੋਂ ਰਸ ਆਇਆ ਉਹਦੇ ਫਿਰ ਮਾਤਾ ਨੂੰ ਇਹ ਕਿਹਾ ਸੀ, ਮਾਤਾ ਜੀ ਇਹ ਜਿਹੜੀਆਂ ਦੁਨਿਆਵੀ ਮਿੱਠੀਆਂ ਚੀਜ਼ਾਂ ਨੇ ਨਾ ਸੰਸਾਰ ਨੂੰ ਤੇ ਭਲਾ ਇਹ ਚੰਗੀਆਂ ਲੱਗਦੀਆਂ ਹੋਣ। ਆਪਾਂ ਪੜ੍ਹਦੇ ਹਾਂ ਨਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਹਿੰਦੇ ਮਾਤਾ ਜੀ ਉਹਨਾਂ ਚਿਰ ਇਹ ਚੀਜ਼ਾਂ ਮਿੱਠੀਆਂ ਲੱਗਦੀਆਂ ਜਿੰਨਾ ਚਿਰ ਰੱਬ ਦੇ ਨਾਮ ਦਾ ਰਸ ਨਹੀਂ ਆ ਜਾਂਦਾ। ਜਦੋਂ ਵਾਹਿਗੁਰੂ ਜੀ ਦੇ ਨਾਮ ਦਾ ਰਸ ਆ ਗਿਆ, ਵਾਹਿਗੁਰੂ ਦੇ ਨਾਮ ਦੇ ਰਸ ਦੇ ਅੱਗੇ ਬਾਕੀ ਸਭ ਕੁਝ ਫਿੱਕਾ ਪੈ ਜਾਂਦਾ। ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ। ਸਾਧ ਸੰਗਤ ਜੀ ਐਸਾ ਨਾਮ ਦਾ ਰਸ ਤੋ ਸ਼ਕਰਗੰਜ ਇੱਕ ਤੇ ਇਹ ਘਟਨਾ ਵੀ ਜੁੜਦੀ ਹੈ ਤੇ ਇੱਕ ਘਟਨਾ ਇਉਂ ਹੈ, ਕਿੰਨੇ ਦਿਨ ਬਾਬਾ ਫਰੀਦ ਸਾਹਿਬ ਬੰਦਗੀ ਦੇ ਵਿੱਚ ਲੱਗੇ ਰਹੇ, ਕੁਝ ਛਕਿਆ ਨਾ ਤੇ ਸਰੀਰ ਸਾਧ ਸੰਗਤ ਜੀ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ। ਕੀ ਕੀਤਾ, ਇੱਧਰ ਉੱਧਰ ਹੱਥ ਮਾਰਿਆ ਧਰਤੀ ਦੇ ਉੱਤੇ ਵੇਖਣ ਦੇ ਲਈ ਕੁਝ ਹੱਥ 'ਚ ਆ ਜਾਵੇ, ਪਰ ਕੁਝ ਪ੍ਰਾਪਤ ਨਾ ਹੋਇਆ। ਉਸ ਸਮੇਂ ਕਹਿੰਦੇ ਮਿੱਟੀ ਹੀ ਹੱਥ ਦੇ ਵਿੱਚ ਫੜ ਕੇ ਨਾ ਮੁੱਖ ਦੇ ਵਿੱਚ ਪਾ ਲਈ। ਜਦੋਂ ਮੁੱਖ ਦੇ ਵਿੱਚ ਪਾਈ ਉਹ ਮਿੱਟੀ ਹੀ ਖਾਲਸਾ ਜੀ ਸ਼ੱਕਰ ਬਣ ਗਏ। ਸੋ ਇਸ ਪ੍ਰਕਾਰ ਇਸੇ ਤਰ੍ਹਾਂ ਸ਼ਕਰਗੰਜ ਦਾ ਅਰਥ ਹੁੰਦਾ, ਸ਼ੱਕਰ ਆਪਾਂ ਨੂੰ ਪਤਾ ਹੈ ਸ਼ੱਕਰ ਨੂੰ ਕਹਿੰਦੇ ਹੈ, ਗੰਜ ਕਹਿੰਦੇ ਹੈ ਖਜ਼ਾਨੇ ਨੂੰ। ਬਾਬਾ ਫਰੀਦ ਸਾਹਿਬ ਜੀਆਂ ਦੇ ਜਿਹੜੇ ਬਚਨ ਸਨ, ਜਿਹੜੇ ਉਹ ਕਿਸੇ ਦੇ ਨਾਲ ਬਚਨ ਕਰਦੇ ਐਡੇ ਮਿਠਾਸ ਵਾਲੇ ਬਚਨ ਹੋਇਆ ਕਰਦੇ ਕਿ ਜਿਹੜਾ ਵੀ ਇੱਕ ਵਾਰੀ ਉਹਨਾਂ ਦੀ ਸੰਗਤ ਦੇ ਵਿੱਚ ਚਲਾ ਜਾਂਦਾ ਮੁੜ ਕੇ ਸਾਧ ਸੰਗਤ ਦੀ ਉਹਨਾਂ ਦੇ ਸੰਗ ਤੋਂ ਦੂਰ ਨਹੀਂ ਸੀ ਹੁੰਦਾ। ਸੋ ਇਸ ਲਈ ਵੀ ਬਾਬਾ ਫਰੀਦ ਸਾਹਿਬ ਜੀਆਂ ਨੂੰ ਸ਼ਕਰਗੰਜ ਕਿਹਾ ਜਾਂਦਾ ਹੈ, ਕਿਉਂਕਿ ਆਪਾਂ ਬਾਣੀ ਦੇ ਵਿੱਚ ਵੀ ਬਾਬਾ ਫਰੀਦ ਸਾਹਿਬ ਜੀਆਂ ਦੇ ਬਚਨ ਪੜ੍ਹਦੇ ਹਾਂ ਕਿ ਭਾਈ ਸਾਰਿਆਂ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ, ਕਦੇ ਕਿਸੇ ਨੂੰ ਭੁੱਲ ਕੇ ਵੀ ਫਿੱਕਾ ਬਚਨ ਨਾ ਬੋਲੇ। ਭਗਤ ਸਾਹਿਬ ਜੀਆਂ ਦੇ ਬਚਨ ਆਉਂਦੇ ਹੈ ਕਿ ਕਿਸੇ ਨੂੰ ਵੀ ਫਿੱਕਾ ਬਚਨ ਕਦੇ ਵਾਸਤੇ ਵੀ ਨਹੀਂ ਬੋਲਣਾ। ਇੱਕ ਤੇ ਆਪਾਂ ਵੈਸੇ ਸਾਧ ਸੰਗਤ ਜੀ ਕਈ ਲੋਕੀ ਮੂੰਹ ਦੇ ਬੜੇ ਮਿੱਠੇ ਹੁੰਦੇ ਪਰ ਮਨ ਦੇ ਵਿੱਚ ਬੜੀ ਖੋਟ ਰੱਖਦੇ ਆ। ਇੱਕ ਤੇ ਉਹ ਲੋਕ ਹੋ ਗਏ ਨਾ ਕਿ ਵੈਸੇ ਬਾਹਰੋਂ ਮਿਠਾਸ ਦਿਖਾਵੇ ਮਾਤਰ ਰੱਖਦੇ ਆ, ਪਰ ਇੱਕ ਐਸੇ ਗੁਰਮੁਖ ਹੁੰਦੇ ਜਿਹੜੇ ਨਾਮ ਜਪਦੇ ਆ। ਨਾਮ ਜਪ ਕਰਕੇ ਉਹਨਾਂ ਦੀ ਰਸਨਾ ਦੇ ਵਿੱਚ ਨਾਮ ਨੂੰ ਜਦੋਂ ਰਸਾ ਲੈਂਦੇ ਜਪ ਜਪ ਕੇ ਰਸਨਾ ਦੇ ਵਿੱਚ ਫਿਰ ਵਾਹਿਗੁਰੂ ਮਿਠਾਸ ਭਰਦਾ ਹੈ, ਫਿਰ ਉਹੋ ਜਿਹੀ ਮਿਠਾਸ ਨਹੀਂ ਕਿਧਰੇ ਲੱਭਦੀ। ਰਹੋ ਵਿਚਾਰ। ਸੋ ਇਸ ਪ੍ਰਕਾਰ ਭਗਤ ਬਾਬਾ ਫਰੀਦ ਸਾਹਿਬ ਜੀ ਸਾਧ ਸੰਗਤ ਜੀ ਆਪਦੇ ਗੁਰੂ ਜੀ ਦੇ ਕੋਲ ਕੁਝ ਸਮਾਂ ਰਹੇ। ਸੋ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਫਿਰ ਜਿਹੜੀ ਗੱਦੀ ਹੈ ਬਾਬਾ ਫਰੀਦ ਸਾਹਿਬ ਜੀਆਂ ਨੂੰ ਪ੍ਰਾਪਤ ਹੁੰਦੀ ਹੈ ਤੇ ਬਾਬਾ ਫਰੀਦ ਸਾਹਿਬ ਆਪਣੇ ਪੰਜਾਬ ਦੇ ਵਿੱਚ ਜਿਹੜਾ ਅਸਥਾਨ ਫਰੀਦਕੋਟ ਸ਼ਹਿਰ ਹੈ ਇਹ ਵੀ ਬਾਬਾ ਫਰੀਦ ਸਾਹਿਬ ਜੀਆਂ ਦੇ ਨਾਮ ਦੇ ਉੱਤੇ ਵਸਿਆ ਹੈ। ਸਾਧ ਸੰਗਤ ਦੀ 1215 ਈਸਵੀ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਦਿੱਲੀ ਤੋਂ ਪਾਕਪਟਨ ਜਾ ਰਹੇ ਸਨ। ਉਸ ਸਮੇਂ ਦਿੱਲੀੋਂ ਲਾਹੌਰ ਨੂੰ ਇੱਕ ਕੱਚੀ ਸੜਕ ਜਾਂਦੀ ਸੀ ਜਿਹੜੀ ਦਿੱਲੀੋਂ ਹਾਂਸੀ, ਹਿਸਾਰ, ਸਰਸਾ, ਕੋਟਕਪੂਰਾ ਤੇ ਫਰੀਦਕੋਟ ਇੱਧਰ ਦੀ ਲੰਘਦੀ ਸੀ। ਬਾਬਾ ਫਰੀਦ ਸਾਹਿਬ ਇਸ ਸੜਕ ਦੇ ਉੱਤੋਂ ਦੀ ਗਏ ਤੇ ਉਸ ਸਮੇਂ ਇਸ ਫਰੀਦਕੋਟ ਸ਼ਹਿਰ ਦਾ ਨਾਮ ਸੀ ਮੋਕਲਹਰ। ਮੋਕਲਹਰ ਨਗਰ ਦੇ ਬਾਹਰ-ਬਾਹਰ ਜਾ ਕੇ ਬਾਬਾ ਫਰੀਦ ਸਾਹਿਬ ਨੇ ਟਿਕਾਣਾ ਕੀਤਾ, ਜਿੱਥੇ ਹੁਣ ਗੁਰਦੁਆਰਾ ਗੋਦੜੀ ਸਾਹਿਬ ਹੈ ਫਰੀਦਕੋਟ ਦੇ ਵਿੱਚ ਬਾਹਰ-ਬਾਹਰ। ਉਸ ਅਸਥਾਨ ਦੇ ਉੱਤੇ ਜਾ ਕਰਕੇ ਸਾਧ ਸੰਗਤ ਦੀ ਨਾਲ ਕੁਝ ਸੰਗੀ ਸਨ, ਟਿਕਾਣਾ ਕੀਤਾ ਹੈ। ਦਿਨ ਦੇ ਸਮੇਂ ਜਦੋਂ ਅੰਦਰ ਸ਼ਹਿਰ ਦੇ ਵਿੱਚ ਦਾਖਲ ਹੋਏ ਨਾ, ਉੱਥੋਂ ਦਾ ਰਾਜਾ ਸੀ ਮੋਕਲ ਸੀ, ਉਹ ਆਪ ਦਾ ਕਿਲ੍ਹਾ ਬਣਵਾ ਰਿਹਾ ਸੀ। ਜਦੋਂ ਬਾਬਾ ਫਰੀਦ ਸਾਹਿਬ ਅੰਦਰ ਦਾਖਲ ਹੋਏ ਹੈ ਤੇ ਜਿਹੜੇ ਮਜ਼ਦੂਰ ਸਨ ਉਹਨਾਂ ਨੇ ਕੀ ਕੀਤਾ, ਸਿਪਾਹੀਆਂ ਨੇ ਬਾਬਾ ਫਰੀਦ ਸਾਹਿਬ ਜੀਆਂ ਨੂੰ ਵੀ ਕੰਮ ਦੇ ਵਿੱਚ ਲਾ ਲਿਆ। ਸਿਪਾਹੀਆਂ ਨੇ ਜਿੱਥੇ ਹੋਰ ਆਮ ਲੋਕਾਂ ਤੋਂ ਕੰਮ ਕਰਾ ਰਹੇ ਸਨ, ਬਾਬਾ ਫਰੀਦ ਸਾਹਿਬ ਨੂੰ ਵੀ ਕਹਿਣ ਲੱਗੇ ਤੁਸੀਂ ਟੋਕਰੀ ਚੱਕੋ ਤੇ ਇਹ ਕਿਲ੍ਹੇ ਦੇ ਕੰਮ ਦੇ ਵਿੱਚ ਲੱਗ ਜਾਓ। ਬਾਬਾ ਫਰੀਦ ਸਾਹਿਬ ਜੀਆਂ ਨੇ ਉਹ ਟੋਕਰੀ ਸਾਧ ਸੰਗਤ ਜੀ ਜਦੋਂ ਚੱਕੀ, ਕੀ ਵੇਖਦੇ ਹੈ ਜਿਹੜੇ ਉੱਥੇ ਲੋਕ ਖੜੇ ਹੈ ਕਿ ਉਹ ਟੋਕਰੀ ਬਾਬਾ ਫਰੀਦ ਸਾਹਿਬ ਜੀਆਂ ਦੇ ਸਿਰ ਤੋਂ 1.25 ਗਿੱਠ ਉੱਚੀ ਉੱਠ ਗਈ। ਹਵਾ ਦੇ ਵਿੱਚ ਟੋਕਰੀ ਹੈ, ਬਾਬਾ ਫਰੀਦ ਸਾਹਿਬ ਦੇ ਸਿਰ ਦੇ ਉੱਤੇ ਨਹੀਂ ਹੈ। ਜਦੋਂ ਸਾਧ ਸੰਗਤ ਜੀ ਕੌਤਕ ਵੇਖਿਆ
ਸਾਰੇ ਬੜੇ ਹੈਰਾਨ ਹੋਏ। ਜਾ ਕਰਕੇ ਰਾਜੇ ਨੂੰ ਦੱਸਿਆ। ਰਾਜਾ ਉਸ ਸਮੇਂ ਆਇਆ, ਜਾਣਿਆ ਕਿ ਇਹ ਤੇ ਬਾਬਾ ਫਰੀਦ ਸਾਹਿਬ ਨੇ। ਉਸ ਸਮੇਂ ਆਪਦੀ ਭੁੱਲ ਬਖਸ਼ਾਈ। ਸਾਧ ਸੰਗਤ ਜੀ, ਫਿਰ ਉਸ ਰਾਜੇ ਨੇ ਬੇਨਤੀ ਕੀਤੀ, ਕਹਿਣ ਲੱਗਾ, ਮਹਾਂਪੁਰਖੋ ਭਗਤ ਜੀ, ਇਹ ਜਿਹੜਾ ਨਗਰ ਹੈ ਨਾ, ਇਹ ਵਸਦਾ ਨਹੀਂ ਹੈ, ਕਿਉਂਕਿ ਇੱਥੇ ਲੁਟੇਰੇ ਆ ਕਰਕੇ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਹੈ, ਜਾਂ ਹੜ੍ਹ ਆ ਜਾਂਦੇ ਹੈ ਕੁਝ ਸਮੇਂ ਬਾਅਦ। ਆਪ ਕਿਰਪਾ ਕਰੋ ਇਹ ਨਗਰ ਵਸ ਜਾਵੇ। ਤੋ ਸਾਧ ਸੰਗਤ ਜੀ, ਫਿਰ ਉੱਥੇ ਸ਼ਹਿਰ ਦੇ ਅੰਦਰਵਾਰ ਪਾਵਨ ਅਸਥਾਨ ਹੈ ਟਿੱਲਾ ਬਾਬਾ ਫਰੀਦ ਸਾਹਿਬ ਜੀ। ਉਸ ਅਸਥਾਨ ਦੇ ਉੱਥੇ ਅੱਜ ਵੀ ਵਣ ਦਾ ਰੁੱਖ ਹੈ, ਜਿਹਦੇ ਨਾਲ ਬਾਬਾ ਫਰੀਦ ਸਾਹਿਬ ਜੀਆਂ ਨੇ ਆਪਦੇ ਗਾਰੇ ਦੇ ਨਾਲ ਲਿਬੜੇ ਹੋਏ ਜਿਹੜੇ ਹੱਥ ਨੇ ਉਹ ਪੂੰਝੇ ਸਨ। ਤੋ ਖਾਲਸਾ ਜੀ, ਅੱਜ ਵੀ ਹਰਿਆ ਭਰਿਆ ਹੈ ਰੁੱਖ। ਉਸ ਟਿੱਲਾ ਸਾਹਿਬ ਵਾਲੇ ਅਸਥਾਨ ਦੇ ਉੱਤੇ ਬੈਠ ਕੇ ਫਿਰ ਬਾਬਾ ਫਰੀਦ ਸਾਹਿਬ ਜੀਆਂ ਨੇ ਕੁਝ ਸਮਾਂ ਬੰਦਗੀ ਕੀਤੀ। ਫਿਰ ਬਾਬਾ ਫਰੀਦ ਸਾਹਿਬ ਦੇ ਆਉਣ ਤੋਂ ਫਿਰ ਨਗਰ ਨਿਵਾਸੀਆਂ ਨੇ ਉਸ ਮੋਕਲਹਰ ਨਗਰ ਦਾ ਨਾਮ ਬਦਲ ਕੇ ਨਾਮ ਰੱਖ ਦਿੱਤਾ ਫਰੀਦਕੋਟ। ਸੋ ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀਆਂ ਦੇ ਨਾਮ ਦੇ ਉੱਤੇ ਉਸ ਸ਼ਹਿਰ ਦਾ ਨਾਮ ਪਿਆ। ਤੇ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਜੀਆਂ ਦੇ ਆਗਮਨ ਦੀ, ਉਸ ਸ਼ਹਿਰ ਦੇ ਵਿੱਚ ਆਗਮਨ ਦੀ ਖੁਸ਼ੀ ਦੇ ਵਿੱਚ, ਕਿਉਂਕਿ 23 ਸਤੰਬਰ ਨੂੰ ਇਹ ਮੰਨਿਆ ਜਾਂਦਾ ਕਿ ਉੱਥੇ ਬਾਬਾ ਫਰੀਦ ਸਾਹਿਬ ਆਏ ਸਨ। ਫਿਰ ਉਸ ਅਸਥਾਨ ਦੇ ਉੱਤੇ ਪ੍ਰਬੰਧਕਾਂ ਨੇ ਬਾਬਾ ਫਰੀਦ ਸਾਹਿਬ ਜੀਆਂ ਦਾ ਆਗਮਨ ਪੁਰਬ ਮਨਾਉਣਾ ਆਰੰਭ ਕੀਤਾ। ਸੋ ਹੁਣ ਵੀ ਹਰੇਕ ਸਾਲ ਉਸ ਅਸਥਾਨ ਦੇ ਉੱਤੇ ਬਾਬਾ ਫਰੀਦ ਸਾਹਿਬ ਜੀਆਂ ਦੀ ਯਾਦ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ, ਖਾਸ ਸੰਗਤ ਜੀ, ਬੜੇ ਪ੍ਰੇਮ ਅਤੇ ਉਤਸ਼ਾਹ ਦੇ ਨਾਲ ਹਰੇਕ ਸਾਲ ਹੀ ਤਕਰੀਬਨ 1970 ਈਸਵੀ ਤੋਂ, ਜਦੋਂ ਤੋਂ ਉਹ ਸਥਾਨ ਚੰਗੀ ਤਰ੍ਹਾਂ ਕਮੇਟੀ ਨੇ, ਸੰਗਤਾਂ ਨੇ ਮਿਲ ਜੁਲ ਕੇ ਬਣਾਇਆ ਹੈ, ਉਹ ਸਾਧ ਸੰਗਤ ਜੀ ਨਗਰ ਕੀਰਤਨ ਸਾਰੀਆਂ ਸੰਗਤਾਂ ਦੇ ਵੱਲੋਂ ਕੱਢਿਆ ਜਾਂਦਾ ਅੱਜ ਵਾਲੇ ਦਿਨ। ਸੋ ਇਸ ਪ੍ਰਕਾਰ ਸਮੁੱਚੇ ਸਿੱਖ ਜਗਤ ਦੇ ਵੱਲੋਂ ਅੱਜ ਵਾਲੇ ਦਿਨ ਬਾਬਾ ਸ਼ੇਖ ਫਰੀਦ ਸਾਹਿਬ ਜੀਆਂ ਦਾ ਆਗਮਨ ਪੁਰਬ ਮਨਾਇਆ ਜਾਂਦਾ ਹੈ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਾਂ ਵੀ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਇਕੱਤਰ ਹੋ ਕਰਕੇ ਬਾਬਾ ਫਰੀਦ ਸਾਹਿਬ ਜੀਆਂ ਦਾ ਪਾਵਨ ਆਗਮਨ ਦਿਹਾੜਾ ਮਨਾ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਾਡੀ ਹਾਜ਼ਰੀ ਦਰ ਪ੍ਰਵਾਨ ਕਰਨ। ਬਾਬਾ ਫਰੀਦ ਸਾਹਿਬ ਕਿਰਪਾ ਕਰਨ, ਜਿਵੇਂ ਆਪ ਬੰਦਗੀ ਦੇ ਵਿੱਚ ਸਾਰੀ ਉਮਰ ਬਤੀਤ ਕੀਤੀ, ਸਾਨੂੰ ਵੀ ਬੰਦਗੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਣ ਅਰਦਾਸ ਕਰੀਏ। ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਸੋ ਸਾਧ ਸੰਗਤ ਜੀ, ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਆਪ ਸੰਗਤ ਨੇ ਬਖਸ਼ਿਸ਼ ਕਰਨੀ। ਆਪ ਜੀਆਂ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਜੀਆਂ ਦੇ ਪਾਵਨ ਆਗਮਨ ਪੁਰਬ ਦੀਆਂ ਰੋਮ ਰੋਮ ਕਰਕੇ ਲੱਖ ਲੱਖ ਵਧਾਈਆਂ ਹੋਣ ਜੀ। ਦੇਹੋ ਸੱਜਣ ਅਸੀਸਰੀਆ, ਜਾ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ